ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 16 ਬਿਨਾਂ ਸੰਭੋਗ ਦੇ ਗਰਭ। ਮਿਸਟਰ ਐਕਸ ਇੱਕ ਰਿਟਾਇਰਡ ਸਰਕਾਰੀ ਮੁਲਾਜ਼ਮ ਹੈ। ਉਹ 1962 ਵਿੱਚ 60 ਸਾਲਾਂ ਦੀ ਉਮਰ ਵਿੱਚ ਇੱਕ ਚੰਗੇ ਮਹਿਕਮੇ ਵਿੱਚੋਂ ਸਹਾਇਕ ਕਮਿਸ਼ਨਰ ਦੇ ਤੌਰ ਤੇ ਰਿਟਾਇਰ ਹੋਇਆ ਸੀ। ਸ਼੍ਰੀਲੰਕਾ ਦੇ ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਅਕਸਰ ਜਾਣੇ ਪਛਾਣੇ ਚੰਗੇ ਖਾਂਦੇ ਪੀਂਦੇ ਪਰਿਵਾਰ ਦਾ ਉਹ ਇੱਕ ਮੈਂਬਰ ਹੈ। 26 ਜਨਵਰੀ 1967 ਨੂੰ ਮਿਸਟਰ ਐਕਸ ਆਪਣੀ ਜਵਾਨ ਪਤਨੀ ਨਾਲ ਮੈਨੂੰ ਮਿਲਣ ਆਏ। ਸ਼੍ਰੀਮਤੀ ਐਕਸ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ। ਮੈਂ ਮਿਸਟਰ ਐਕਸ ਨੂੰ ਉੱਪਰ ਵਾਲੇ ਕਮਰੇ ਵਿੱਚ ਲੈ ਗਿਆ। ਉਸਨੇ ਮੈਨੂੰ ਇੱਕ ਲੰਬੀ ਕਹਾਣੀ ਸੁਣਾਈ। ਜੈਰੀਨ ਮੇਰੀ ਦੂਜੀ ਪਤਨੀ ਹੈ। ਉਹ ਮਾਤਰਾ ਦੇ ਰਹਿਣ ਵਾਲੀ ਹੈ। ਮੇਰੀ ਪਹਿਲੀ ਪਤਨੀ ਜਿਹੜੀ ਕਿ ਆਪਣਾ ਇੱਕ ਸਾਬਕਾ ਰਾਜਦੂਤ ਮਿਸਟਰ ਵਾਈ ਦੀ ਭੈਣ ਸੀ, ਇੱਕ ਬੱਚੇ ਨੂੰ ਛੱਡ ਕੇ ਮਰ ਗਈ ਸੀ। ਇਹ ਬੱਚਾ ਵੀ ਬਾਅਦ ਵਿੱਚ ਮਰ ਗਿਆ। ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਮੈਂ ਜ਼ੈਰੀਨ ਨਾਲ ਸ਼ਾਦੀ ਕਰ ਲਈ। ਸਾਡੇ ਹੁਣ 2 ਬੱਚੇ ਹਨ, ਇੱਕ 3 ਸਾਲਾਂ ਦੀ ਕੁੜੀ, ਇੱਕ 11 ਮਹੀਨੇ ਦਾ ਮੁੰਡਾ। 2 ਮਹੀਨੇ ਪਹਿਲਾਂ ਇੱਕ ਬਰਸਾਤ ਵਾਲੇ ਦਿਨ ਜਦੋਂ ਹੋਰ ਕੁਝ ਕਰਨ ਨੂੰ ਨਹੀਂ ਸੀ ਤਾਂ ਅਸੀਂ ਗਲਾਸ ਨਾਲ ਜਾਦੂ ਕਰਨ ਲੱਗ ਪਏ। ਅਸੀਂ ਇੱਕ ਸ਼ੁਗਲ ਇੱਕ ਵਾਰੀ ਪਹਿਲਾਂ ਵੀ ਕਰ ਚੁੱਕੇ ਸੀ। A ਤੋਂ Z ਤੱਕ ਅੱਖਰ ਗੋਲ ਆਕਾਰ ਵਿੱਚ ਖਾਣੇ ਵਾਲੀ ਮੇਜ਼ ਉੱਪਰ ਚਾਕ ਨਾਲ ਲਿਖ ਦਿੱਤੇ ਗਏ ਅਤੇ ਉਹਨਾਂ ਵਿਚਕਾਰ ਇੱਕ ਗਲਾਸ ਮੁੱਦਾ ਮਾਰ ਦਿੱਤਾ ਗਿਆ। ਮੈਂ ਤੇ ਜ਼ੈਰੀਨ ਨੇ ਆਪਣੇ ਆਪਣੇ ਅੰਗੂਠੇ ਦੇ ਨਾਲ ਲਗਵੀਆਂ ਉਂਗਲਾਂ ਗਲਾਸ 'ਤੇ ਧਰ ਕੇ ਕਿਸੇ ਰੂਹ ਦੇ ਪ੍ਰਗਟ ਹੋਣ ਦੇ ਲਈ ਆਖਿਆ ਤੇ ਰੂਹ ਪ੍ਰਗਟ ਹੋ ਗਈ। ਕੁਝ ਮਿੰਟਾਂ ਦੇ ਸਸ਼ੋਪੰਜ ਪਿੱਛੋਂ ਆਪਣੇ ਆਪ ਹੀ ਗਲਾਸ ਤੁਰਨਾ ਸ਼ੁਰੂ ਹੋ ਗਿਆ। ਸਮੇਂ ਦੇ ਲੰਘਣ ਦੇ ਨਾਲ ਗਲਾਸ ਦੀ ਹਰਕਤ ਤੇਜ਼ ਹੁੰਦੀ ਗਈ ਅਤੇ ਉਸਨੇ ਅੱਖਰਾਂ ਨੂੰ ਛੂਹਣਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਗਲਾਸ ਨੇ ਅੱਖਰ ਛੂਹੇ ਉਵੇਂ ਹੀ ਅਸੀਂ ਉਸ ਕਾਗਜ਼ ਤੇ ਲਿਖ ਲਏ ਤਾਂ ਕਿ ਸੰਦੇਸ਼ ਪੜ੍ਹਿਆ ਜਾ ਸਕੇ। ਸਭ ਤੋਂ ਪਹਿਲੀ ਰੂਹ ਜਿਸ ਨੇ ਗਲਾਸ ਨੂੰ ਤੋੜਿਆ ਸੀ ਉਹ ਵਿਛੜ ਚੁੱਕੇ ਪ੍ਰਧਾਨ ਮੰਤਰੀ ਮਿਸਟਰ SWRD ਭੰਡਾਰ ਨਾਇਕੇ ਦੀ ਸੀ। ਮਿਸਟਰ ਭੰਡਾਰ ਨਾਇਕੇ ਕਿਉਂਕਿ ਸਾਡਾ ਚੰਗਾ ਦੋਸਤ ਸੀ, ਅਸੀਂ ਉਸ ਦੀ ਰੂਹ ਤੋਂ ਕਈ ਸਵਾਲ ਪੁੱਛੇ। ਇਸ ਦੇ ਸਾਨੂੰ ਸਹੀ ਜਵਾਬ ਮਿਲੇ। ਦੂਜੀ ਰੂਹ ਜਿਸ ਨੇ ਗਲਾਸ ਤੋੜਿਆ ਉਹ ਇੱਕ ਅਣਜਾਣ ਬੰਦੇ ਥੋਮਸ ਸਿਲਵਾ ਦੀ ਸੀ। ਅਸੀਂ ਉਸ ਤੋਂ ਕੋਈ ਬਹੁਤੇ ਸਵਾਲ ਨਹੀਂ ਪੁੱਛੇ। ਤੀਜੀ ਰੂਹ ਜਿਹੜੀ ਪ੍ਰਗਟ ਹੋਈ ਉਹ ਮਰ ਚੁੱਕੀ ਮੈਡਮ ਸ਼ੁਭਨਾਥ ਦੀ ਸੀ। ਉਸਨੇ ਦੱਸਿਆ ਕਿ ਉਸਦੇ ਆਪਣੇ ਪਤੀ ਨੇ ਹੀ ਉਸਨੂੰ ਗੋਲੀ ਮਾਰ ਦਿੱਤੀ ਸੀ। ਚੌਥੀ ਰੂਹ ਜਿਹੜੀ ਆਈ ਉਹ ਮਿਸਟਰ LH ਮੈਥਾਨੰਦਾ ਦੀ ਸੀ। ਮੈਥਾਨੰਦਾ ਦੀ ਮੌਤ ਤੋਂ ਪਹਿਲਾਂ ਅਸੀਂ ਦੋਵੇਂ ਇਕੱਠਿਆਂ ਨੇ ਇੱਕ ਧਾਰਮਿਕ ਸੰਸਥਾ ਦੇ ਮੈਂਬਰ ਵਜੋਂ ਕੰਮ ਕੀਤਾ ਸੀ। ਉਸ ਦੀ ਰੂਹ ਨੇ ਮੇਰੇ ਲਈ ਕਾਫੀ ਫਾਇਦੇਮੰਦ ਇਤਲਾਹ ਮੈਨੂੰ ਦਿੱਤੀ। ਅਗਲੀ ਰੂਹ ਜਿਹੜੀ ਪ੍ਰਗਟ ਹੋਈ ਉਹ ਮਿਸਟਰ TUD ਸਿਲਵਾ ਦੀ, ਜਿਹੜੀ ਸਿਆਸੀ ਪਾਰਟੀ ਨਾਲ ਮੇਰੇ ਸੰਬੰਧ ਸਨ। ਉਹ ਵੀ ਉਸੇ ਪਾਰਟੀ ਦਾ ਮੈਂਬਰ ਸੀ, ਜਿਸ ਕਰਕੇ ਅਸੀਂ ਇੱਕ ਚੰਗੇ ਦੋਸਤ ਵੀ ਸੀ। 6ਵੀਂ ਰੂਹ ਜਿਹੜੀ ਆਈ ਉਹ ਸਾਡੇ ਇੱਕ ਹੋਰ ਪਰਿਵਾਰਿਕ ਦੋਸਤ ਮਿਸਟਰ CT ਜਯਾ ਸੁੰਦਰਾ ਦੀ ਸੀ। ਉਸਨੇ ਜੈਰੀਨ ਨੂੰ ਮੇਰੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਨਸੀਹਤ ਦਿੱਤੀ। ਦੁਪਹਿਰ ਦੇ ਖਾਣੇ ਤੋਂ ਮਗਰੋਂ ਥੋੜ੍ਹਾ ਆਰਾਮ ਕਰ ਲੈਣ ਉਪਰੰਤ ਅਸੀਂ ਫਿਰ ਗਲਾਸ ਨਾਲ ਜਾਦੂ ਕੀਤਾ। ਇਸ ਵਾਰੀ ਸਭ ਤੋਂ ਪਹਿਲਾਂ ਸਾਨੂੰ ਵਿਸ਼ਨੂੰ ਦੀ ਰੂਹ ਪ੍ਰਗਟ ਹੋਈ। ਜਦੋਂ ਅਸੀਂ ਉਸਨੂੰ ਕਈ ਸਵਾਲ ਪੁੱਛੇ ਤਾਂ ਉਸਨੇ ਦੀ ਰੂਹ ਨੇ ਮੁੜਵਾਂ ਸਵਾਲ ਕੀਤਾ ਕਿ ਅਸੀਂ ਉਸ ਦੀ ਹੋਂਦ 'ਤੇ ਕਿਉਂ ਸ਼ੱਕ ਕਰ ਰਹੇ ਹਾਂ। ਅਗਲੀ ਆਤਮਾ ਕਟਾਰਾਗਾਮਾ ਦੀ ਦੇਵੀ ਦੀ ਸੀ। ਉਸ ਦੀ ਇੱਛਾ ਸੀ ਕਿ 2 ਮਹੀਨੇ ਦੇ ਵਿੱਚ ਅਸੀਂ ਕਟਾਰਾਗਾਮ ਦੀ ਯਾਤਰਾ ਕਰੀਏ। ਸੈਂਟ ਜੂਡ ਦੀ ਰੂਹ ਦਾ ਪ੍ਰਗਟ ਹੋਣਾ। ਅੰਤ ਵਿੱਚ ਸੈਂਟ ਜੂਡ ਦੀ ਰੂਹ ਪ੍ਰਗਟ ਹੋਈ। ਉਸਨੇ ਮੈਨੂੰ ਉਸ ਦੀ ਤਰਫੋਂ ਜ਼ੈਰੀਨ ਨੂੰ ਇੱਕ ਸੋਨੇ ਦੀ ਅੰਗੂਠੀ ਦੇਣ ਲਈ ਆਖਿਆ। ਉਸਨੇ ਮੈਨੂੰ ਦੱਸਿਆ ਕਿ ਸੈਂਟ ਐਨੇ ਦੇ ਗਿਰਜਾ ਘਰ ਵਿਚਲੇ ਆਪਣੇ ਬੁੱਤ ਹੇਠ ਇੱਕ ਹੋਰ ਅੰਗੂਠੀ ਜ਼ੈਰੀਨ ਵਾਸਤੇ ਰੱਖ ਆਵੇਗਾ। ਉਸ ਦੇ ਜ਼ੈਰੀਨ ਨੂੰ ਉੱਥੇ ਜਾ ਕੇ ਬੁੱਤ ਸਾਹਮਣੇ ਮੋਮਬੱਤੀਆਂ ਜਗਾ ਕੇ ਫਿਰ ਉੱਥੋਂ ਅੰਗੂਠੀ ਲੈਣ ਲਈ ਆਖਿਆ। ਅਗਲੇ ਦਿਨ ਅਸੀਂ ਦੋਵੇਂ ਸੈਂਟ ਐਨੇ ਦੇ ਗਿਰਜਾ ਘਰ ਵਿੱਚ ਗਏ ਅਤੇ ਸੈਂਟ ਜੂਡ ਦੇ ਬੁੱਤ ਸਾਹਮਣੇ ਮੋਮਬੱਤੀਆਂ ਜਗਾਈਆਂ, ਪਰ ਉੱਥੇ ਕੋਈ ਅੰਗੂਠੀ ਨਹੀਂ ਸੀ। ਜ਼ੈਰੀਨ ਬਿਲਕੁਲ ਉਦਾਸ ਅਤੇ ਪਰੇਸ਼ਾਨ ਹੋ ਗਈ। ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਮੈਂ ਜ਼ੈਰੀਨ ਨੂੰ ਕਿਹਾ ਕਿ ਸਾਨੂੰ ਗਲਾਸ ਦੇ ਜਾਦੂ ਰਾਹੀਂ ਰੂਹਾਂ ਨੂੰ ਸੱਦਣ ਦਾ ਸ਼ੁਗਲ ਨਹੀਂ ਕਰਨਾ ਚਾਹੀਦਾ, ਪਰ ਮੈਨੂੰ ਦੱਸੇ ਬਿਨਾਂ ਹੀ ਰਾਤ ਨੂੰ ਜ਼ੈਰੀਨ ਇਕੱਲੀ ਨੇ ਹੀ ਗਲਾਸ ਦਾ ਜਾਦੂ ਸ਼ੁਰੂ ਕਰ ਲਿਆ। ਇੰਝ ਲੱਗਦਾ ਸੀ ਕਿ ਸੈਂਟ ਜੂਡ ਫਿਰ ਪ੍ਰਗਟ ਹੋਇਆ ਅਤੇ ਉਸਨੇ ਵਾਅਦੇ ਅਨੁਸਾਰ ਬੁੱਤਾਂ ਦੇ ਪੈਰਾਂ ਵਿੱਚ ਅੰਗੂਠੀ ਨਾ ਰੱਖਣ ਲਈ ਬਹੁਤ ਅਫਸੋਸ ਪ੍ਰਗਟ ਕੀਤਾ। ਉਸਨੇ ਅੰਗੂਠੀ ਨਹੀਂ ਰੱਖੀ। ਉਸਨੇ ਅਗਲੇ ਦਿਨ ਮੇਰੇ ਤੋਂ ਬਿਨਾਂ ਗਿਰਜਾ ਘਰ ਜਾਣ ਵਾਸਤੇ ਜ਼ੈਰੀਨ ਨੂੰ ਬੇਨਤੀ ਕੀਤੀ। ਅਗਲੇ ਦਿਨ ਉਹ ਆਪਣੇ ਬਿਮਾਰ ਭਰਾ ਨੂੰ ਨਾਲ ਲੈ ਕੇ ਗਿਰਜਾ ਘਰ ਗਈ। ਉੱਥੇ ਉਸਨੇ ਬੁੱਤ ਸਾਹਮਣੇ ਮੋਮਬੱਤੀਆਂ ਜਗਾਈਆਂ ਅਤੇ ਪ੍ਰਾਰਥਨਾ ਕੀਤੀ, ਪਰ ਅੰਗੂਠੀ ਅੱਜ ਵੀ ਨਾ ਮਿਲੀ।
ਉੱਥੇ ਕਾਫੀ ਸਮਾਂ ਉਹ ਉਡੀਕਦੀ ਰਹੀ ਅਤੇ ਹੰਝੂਆਂ ਭਰੀ ਅੱਖਾਂ ਨਾਲ ਪ੍ਰਾਰਥਨਾ ਕੀਤੀ, ਪਰ ਫਿਰ ਵੀ ਨਿਰਾਸ਼ਤਾ ਦਾ ਮੂੰਹ ਹੀ ਵੇਖਣਾ ਪਿਆ। ਉਸਨੇ ਅੰਗੂਠੀ ਲਏ ਬਿਨਾਂ ਗਿਰਜਾ ਘਰ ਤੋਂ ਬਾਹਰ ਜਾਣ ਤੋਂ ਨਾਂਹ ਕਰ ਦਿੱਤੀ। ਅਖੀਰ ਨੂੰ ਉਸਦੇ ਭਰਾ ਅਤੇ ਡਰਾਈਵਰ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਵਾਪਸ ਲਿਆਂਦਾ। ਜ਼ੈਰੀਨ ਪਾਗਲ ਹੋ ਗਈ। ਜਦੋਂ ਦੀ ਉਹ ਘਰੋਂ ਵਾਪਸ ਆਈ ਸੀ, ਉਹ ਪਾਗਲਾਂ ਵਾਂਗੂ ਕਰਦੀ ਸੀ। ਵਾਰ-ਵਾਰ ਸੈਂਟ ਜੂਡ ਦੀਆਂ ਹੀ ਗੱਲਾਂ ਕਰਦੀ ਸੀ। ਪਿਛਲੇ 3 ਹਫ਼ਤਿਆਂ ਦੌਰਾਨ ਉਹ ਹਮੇਸ਼ਾ ਹੀ ਰੋਂਦੀ ਰਹਿੰਦੀ ਸੀ ਅਤੇ ਆਖਦੀ ਸੀ ਕਿ ਉਸਦੇ ਬੱਚਾ ਹੋਣ ਵਾਲਾ ਹੈ। ਭਾਵੇਂ ਉਹ ਆਖਦੀ ਹੈ ਕਿ ਉਹ 9 ਮਹੀਨਿਆਂ ਦੀ ਗਰਭਵਤੀ ਹੈ, ਪਰ ਇਸ ਦਾ ਕੋਈ ਨਿਸ਼ਾਨ ਤਾਂ ਨਹੀਂ ਦਿਖਦਾ। ਇੱਕ ਗੱਲ ਹੋਰ, ਸਾਡੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਅਸੀਂ ਕਦੇ ਸੰਭੋਗ ਨਹੀਂ ਕੀਤਾ, ਕਿਉਂਕਿ ਮੈਂ ਅੱਜਕੱਲ੍ਹ ਭਗਤੀ ਕਰਦਾ ਹਾਂ, ਇਸ ਲਈ ਕਾਮੀ ਗੱਲਾਂ ਵਿੱਚ ਪੈਣ ਤੋਂ ਦੂਰ ਹੀ ਰਹਿੰਦਾ ਹਾਂ। ਪਿਛਲੇ 2 ਮਹੀਨਿਆਂ ਵਿੱਚ ਮੈਂ ਉਸਦੇ ਪਾਗਲਪਨ ਦਾ ਇਲਾਜ ਕਰਾਉਣ ਵਾਸਤੇ ਕਈ ਬੰਦਿਆਂ ਕੋਲ ਉਸ ਨੂੰ ਲੈ ਕੇ ਗਿਆ। ਉਸਦਾ ਭਰਾ ਉਸਨੂੰ ਕੋਚੀਵਾੜੇ ਦੇ ਰੋਮਨ ਕੈਥੋਲਿਕ ਗਿਰਜਾ ਘਰ ਵਿੱਚ ਵੀ ਲੈ ਕੇ ਗਿਆ, ਪਰ ਉਸਦੀ ਹਾਲਤ ਮਾੜੀ ਹੀ ਹੁੰਦੀ ਗਈ। ਸਾਡੇ ਕੁਝ ਦੋਸਤਾਂ ਦੇ ਕਹਿਣ 'ਤੇ ਅਸੀਂ ਉਸਨੂੰ ਨਇਆ ਕੰਡੇ ਦੇ ਇੱਕ ਹੋਰ ਗਿਰਜਾ ਘਰ ਵਿੱਚ ਵੀ ਲੈ ਗਏ, ਫਿਰ ਵੀ ਕੋਈ ਸੁਧਾਰ ਨਹੀਂ ਹੋਇਆ। ਫਿਰ ਅਸੀਂ ਦੇਮਤਾ ਗੋਡਾ ਦੇ ਇੱਕ ਪੁੱਛ ਦੇਣ ਵਾਲੇ ਜੋਤਸ਼ੀ ਨੂੰ ਪੁੱਛਿਆ। ਉਸਨੇ ਦੱਸਿਆ ਕਿ ਜ਼ੈਰੀਨ ਨੂੰ ਕਿਸੇ ਔਰਤ ਦਾ ਭੂਤ ਤੰਗ ਕਰਦਾ ਸੀ। ਉਸ ਭੂਤ ਦਾ ਨਾਂ ਕਾਲੂ ਕੁਮਾਰੀਆ ਸੀ। ਇਲਾਜ ਕਰਨ ਲਈ ਉਸਨੇ ਨਿਰਧਾਰਤ ਫੀਸ ਲੈ ਕੇ ਪੂਜਾ ਪਾਠ ਕੀਤਾ, ਤਾਂ ਵੀ ਜ਼ੈਰੀਨ ਦੀ ਹਾਲਤ ਨਾ ਬਦਲੀ। ਫਿਰ ਅਸੀਂ ਪਨਮਾ ਕਾਂਡਾ ਦੇ ਇੱਕ ਜੋਤਸ਼ੀ ਸਿਆਣੇ ਨਾਲ ਗੱਲ ਕੀਤੀ। ਇਹ ਰੂਹ ਦੀ ਜਕੜ ਵਿੱਚੋਂ ਕੱਢਣ ਲਈ ਉਸਨੇ ਇੱਕ ਜਾਦੂਮਈ ਤੇਲ ਦਿੱਤਾ ਅਤੇ ਇੱਕ ਜਾਦੂਮਈ ਧਾਗਾ ਉਸ ਦੀ ਕਲਾਈ ਦੇ ਦੁਆਲੇ ਬੰਨ੍ਹ ਦਿੱਤਾ। ਇਸ ਦਾ ਫਿਰ ਵੀ ਕੋਈ ਫਾਇਦਾ ਨਾ ਹੋਇਆ। ਦੁਖੀ ਹੋ ਕੇ ਅਖੀਰ ਨੂੰ ਅਸੀਂ ਇੱਕ ਪ੍ਰਸਿੱਧ ਔਰਤ ਜੋਤਸ਼ੀ ਮਰੀਹਨਾ ਕੋਲ ਲੈ ਕੇ ਗਏ। ਜਦੋਂ ਅਸੀਂ ਉਸ ਕੋਲ ਸੀ ਤਾਂ ਉਸਨੇ ਪੱਤਰੀ ਵੇਖੀ ਅਤੇ ਸਾਡੇ ਘਰ ਬਾਰੇ ਕਈ ਸਹੀ ਗੱਲਾਂ ਦੱਸੀਆਂ। ਉਸਨੇ ਦੱਸਿਆ ਕਿ ਜ਼ੈਰੀਨ ਨੂੰ ਸਾਡੇ ਕਿਸੇ ਦੁਸ਼ਮਣ ਨੇ ਖਾਣੇ ਵਿੱਚ ਪਾ ਕੇ ਖਾਸ ਕਿਸਮ ਦੀ ਜ਼ਹਿਰ ਦਿੱਤੀ ਹੋਈ ਸੀ। ਉਸਨੇ ਆਖਿਆ ਕਿ ਉਹ ਜ਼ੈਰੀਨ ਦੀ ਜ਼ਹਿਰ ਉਛਾਲੀ ਕਰਵਾ ਕੇ ਬਾਹਰ ਕੱਢ ਸਕਦੀ ਹੈ। ਅਸੀਂ ਰਜ਼ਾਮੰਦ ਹੋ ਗਏ ਅਤੇ ਫੀਸ ਦੇ ਦਿੱਤੀ। ਜ਼ੈਰੀਨ ਨੂੰ ਕੁਝ ਪਿਆਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਉਛਾਲੀ ਆਈ, ਪਰ ਬਿਮਾਰੀ ਅਜੇ ਵੀ ਟੁੱਟੀ ਨਹੀਂ। ਫਿਰ ਮੈਂ ਉਸ ਨੂੰ ਬਟਾਲਾ ਵਿਖੇ ਰੋਮਨ ਕੈਥੋਲਿਕ ਗਿਰਜੇ ਦੇ ਪਾਦਰੀ ਕੋਲ ਲੈ ਗਿਆ। ਉਸਨੇ ਦੱਸਿਆ ਕਿ ਕੰਮ ਤਾਂ ਸ਼ੈਤਾਨ ਦਾ ਹੈ। ਇਸ ਨੇ ਜ਼ੈਰੀਨ ਉੱਤੇ ਪਵਿੱਤਰ ਜਲ ਛਿੜਕਿਆ ਅਤੇ ਕਰਾਸ ਨਾਲ ਉਸਦਾ ਮੱਥਾ ਛੂਹਿਆ ਅਤੇ ਪ੍ਰਾਰਥਨਾ ਕੀਤੀ, ਪਰ ਇਲਾਜ ਫਿਰ ਵੀ ਨਾ ਹੋਇਆ। ਜਿਵੇਂ ਗਲਾਸ ਦਾ ਜਾਦੂ ਕਰਕੇ ਮੈਂ ਕਟਾਰਾਗਾਮਾ ਦੀ ਦੇਵੀ ਨੇ ਆਖਿਆ, ਅਸੀਂ ਉਸ ਨੂੰ ਕਟਾਰਾਗਾਮਾ ਦੇ ਮੰਦਰ ਵਿੱਚ ਲੈ ਗਏ। ਉੱਥੇ ਪੂਜਾ ਦੇ ਦੌਰਾਨ ਉਹ ਬੇਹੋਸ਼ ਮੁਰਛਤ ਹੋ ਗਈ। ਵਾਪਸੀ ਤੋਂ ਬਾਅਦ ਉਹ ਬਿਲਕੁਲ ਠੀਕ ਲੱਗਦੀ ਸੀ, ਪਰ ਇੱਕ ਦਿਨ ਬਾਅਦ ਫਿਰ ਬਿਮਾਰੀ ਸ਼ੁਰੂ ਹੋ ਗਈ। ਅਖੀਰ ਨੂੰ 3 ਦਿਨ ਹੋਏ ਅਸੀਂ ਮੀਤਾਲੇ ਤੋਂ ਸਿਆਣਿਆਂ ਦੀ ਇੱਕ ਟੋਲੀ ਲਿਆਂਦੀ ਅਤੇ ਸਾਰੀ ਰਾਤ ਚੌਂਕੀ ਭਰੀ। ਚੌਂਕੀ ਦੌਰਾਨ ਜ਼ੈਰੀਨ ਸਿਆਣਿਆਂ ਨਾਲ ਨੱਚਦੀ ਰਹੀ। ਜਦੋਂ ਉਹ ਨੱਚ ਰਹੀ ਸੀ ਤਾਂ ਸਿਆਣਿਆਂ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਸੀ। ਉਸਨੇ ਜਵਾਬ ਦਿੱਤਾ ਕਿ ਉਹ ਮੇਰੀ ਪਹਿਲੀ ਪਤਨੀ ਹੈ ਅਤੇ ਜ਼ੈਰੀਨ ਦੇ ਸਰੀਰ ਵਿੱਚੋਂ ਇੱਕ ਮੁਰਗੇ ਦੇ ਸਰੀਰ ਵਿੱਚ ਨਿਕਲਣ ਦਾ ਵਾਅਦਾ ਕੀਤਾ। ਫਿਰ ਮੁਰਗਾ ਬਾਅਦ ਵਿੱਚ ਮਾਰ ਦਿੱਤਾ ਗਿਆ। ਉਹ ਬੇਹੋਸ਼ ਹੋ ਕੇ ਡਿੱਗ ਪਈ ਅਤੇ ਘੰਟਾ ਭਰ ਬੇਹੋਸ਼ ਰਹੀ। ਸਵੇਰ ਨੂੰ ਜ਼ੈਰੀਨ ਬਿਲਕੁਲ ਠੀਕ ਲੱਗਦੀ ਸੀ। ਮੈਂ ਉਹਨਾਂ ਦੀ ਤੈਅਸ਼ੁਦਾ ਫੀਸ ਦਿੱਤੀ। ਜਦੋਂ ਉਹ ਜਾ ਰਹੇ ਸੀ ਤਾਂ ਟੋਲੀ ਵਿੱਚੋਂ ਇੱਕ ਜਵਾਨ ਜਿਹੇ ਮੁੰਡੇ ਨੇ ਮੈਨੂੰ ਆਖਿਆ ਕਿ ਜੇ ਫਿਰ ਕੋਈ ਤਕਲੀਫ ਹੋਈ ਤਾਂ ਮੈਂ ਉਹਨੂੰ ਮਿਲ ਲਵਾਂ। ਕੱਲ੍ਹ ਫਿਰ ਜ਼ੈਰੀਨ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਗਰਭਵਤੀ ਹੋਣ ਬਾਰੇ ਸ਼ਿਕਾਇਤਾਂ ਕੀਤੀਆਂ। ਹਿਸਟਰੀ। ਇਸ ਮੌਕੇ ਮੈਂ ਮਿਸਟਰ ਐਕਸ ਨੂੰ ਹੇਠਾਂ ਜਾਣ ਲਈ ਅਤੇ ਆਪਣੀ ਪਤਨੀ ਨੂੰ ਉੱਪਰ ਭੇਜਣ ਲਈ ਆਖਿਆ। ਮੇਰੀ ਪਤਨੀ ਜ਼ੈਰੀਨ ਨੂੰ ਉੱਪਰ ਲੈ ਆਈ ਅਤੇ ਉਸ ਨੂੰ ਸੋਫੇ ਉੱਤੇ ਆਰਾਮ ਨਾਲ ਬਿਠਾ ਦਿੱਤਾ। ਜਦੋਂ ਉਹ ਉੱਪਰ ਆ ਰਹੀ ਸੀ ਤਾਂ ਉਹ ਕੁਝ ਬੜਬੜਾ ਰਹੀ ਸੀ, ਜਿਹੜਾ ਚੰਗੀ ਤਰ੍ਹਾਂ ਸੁਣਾਈ ਨਹੀਂ ਸੀ ਦਿੰਦਾ। ਜ਼ੈਰੀਨ ਦੇ ਇੱਕ ਬਹੁਤ ਹੀ ਕੀਮਤੀ ਸਾੜੀ ਮਾਡਰਨ ਫੈਸ਼ਨ ਨਾਲ ਪਹਿਨੀ ਹੋਈ ਸੀ। ਭਾਵੇਂ ਉਹ 44 ਸਾਲਾਂ ਦੀ ਸੀ, ਪਰ ਲੱਗਦੀ ਇਸ ਤੋਂ ਕਿਤੇ ਛੋਟੀ ਸੀ। ਉਹ ਚੰਗੀ ਸਿਹਤਮੰਦ ਔਰਤ ਸੀ। ਉਸਦਾ ਰੰਗ ਕੋਲੀਕਟੂ ਦੇ ਪੱਕੇ ਹੋਏ ਕੇਲੇ ਵਰਗਾ ਸੀ। ਭਾਵੇਂ ਵੇਖਣ ਨੂੰ ਉਹ ਫੈਸ਼ਨੇਬਲ ਲੱਗਦੀ ਸੀ, ਪਰ ਉਹ ਬਹੁਤ ਨਿਮਾਣੀ ਅਤੇ ਸ਼ਰਮੀਲੀ ਸੀ। ਇਹ ਗੁਣ ਉਸਦੇ ਪੁਰਾਤਨਪੰਥੀ ਪਾਲਣ ਪੋਸ਼ਣ ਦੀਆਂ ਨਿਸ਼ਾਨੀਆਂ ਸਨ। ਹਲਕੀ ਜਿਹੀ ਸਮੂਹਨ ਨੀਂਦ ਵਿੱਚ ਉਸਨੇ ਆਖਿਆ, ਮੇਰਾ ਘਰ ਮਾਤਾਰਾ ਵਿਖੇ ਹੈ। ਮੈਂ ਮਾਤਾਰਾ ਕਨਵੈਂਟ ਵਿੱਚ ਪੜ੍ਹੀ ਹਾਂ। ਭਾਵੇਂ ਗੈਰ ਈਸਾਈਆਂ ਵਾਸਤੇ ਧਰਮ ਕਲਾਸਾਂ ਲਾਉਣਾ ਜ਼ਰੂਰੀ ਨਹੀਂ ਹੁੰਦਾ ਸੀ, ਤਾਂ ਵੀ ਮੈਂ ਆਪਣੀ ਈਸਾਈ ਸਹਿਪਾਠੀਆਂ ਨਾਲ ਇਹ ਕਲਾਸਾਂ ਲਾਉਂਦੀ ਸੀ ਅਤੇ ਉਹਨਾਂ ਦੀ ਪ੍ਰਾਰਥਨਾ ਵਿੱਚ ਸ਼ਾਮਲ ਹੁੰਦੀ ਸੀ। ਅਸੀਂ ਪਤੀ ਪਤਨੀ ਬੋਧੀ ਹਾਂ। ਭਾਵੇਂ ਮੇਰੇ ਪਤੀ ਦੀ ਇਹ ਦੂਜੀ ਸ਼ਾਦੀ ਹੈ, ਪਰ ਮੇਰੀ ਇਹ ਪਹਿਲੀ ਸ਼ਾਦੀ ਹੈ। ਅਸੀਂ ਬਹੁਤ ਖੁਸ਼ ਦੰਪਤੀ ਹਾਂ ਅਤੇ ਇੱਕ ਦੂਜੇ ਪ੍ਰਤੀ ਵਫਾਦਾਰ ਹਾਂ। ਮੇਰੇ ਦੂਜੇ ਬੱਚੇ ਦੇ ਜਨਮ ਤੋਂ ਮਗਰੋਂ ਅਸੀਂ ਹੋਰ ਬੱਚਾ ਨਾ ਕਰਨ ਦਾ ਫੈਸਲਾ ਕੀਤਾ।
ਕਿਉਂਕਿ ਜੇ ਮੇਰੇ ਪਤੀ ਨੂੰ ਕੁਝ ਹੋ ਗਿਆ ਤਾਂ ਮੈਂ ਬੱਚਿਆਂ ਨੂੰ ਚੰਗੀ ਵਿਦਿਆ ਨਹੀਂ ਦੇ ਸਕਾਂਗੀ। ਮੇਰਾ ਪਤੀ ਮੰਦਰ ਦੇ ਕਮਰੇ ਦੇ ਨਾਲ ਲੱਗਵੇਂ ਕਮਰੇ ਵਿੱਚ ਸੌਂਦਾ ਹੈ ਅਤੇ ਮੈਂ ਦੂਜੇ ਕਮਰੇ ਵਿੱਚ ਬੱਚਿਆਂ ਨਾਲ ਸੌਂਦੀ ਹਾਂ। ਮੰਦਰ ਵਾਲੇ ਕਮਰੇ ਵਿੱਚ ਬੁੱਧ ਦਾ ਬੁੱਤ ਹੈ। ਇਸ ਦੇ ਇੱਕ ਪਾਸੇ ਵਿਸ਼ਨੂੰ ਅਤੇ ਦੂਜੇ ਪਾਸੇ ਕਾਤਰਗਾਮਾ ਦੀ ਦੇਵੀ ਦਾ ਬੁੱਤ ਹੈ। ਬੁੱਤ ਦੇ ਸਾਹਮਣੇ ਦਿਨ ਰਾਤ ਤੇਲ ਦਾ ਇੱਕ ਦੀਵਾ ਜਗਦਾ ਹੈ। ਰੋਜ਼ਾਨਾ ਫੁੱਲ ਚੜ੍ਹਾਏ ਜਾਂਦੇ ਹਨ। ਪੈਸੇ ਧੇਲੇ ਦੇ ਪੱਖੋਂ ਅਸੀਂ ਠੀਕ ਹਾਂ। ਮੇਰਾ ਪਤੀ ਇੱਕ ਧਰਮੀ ਅਤੇ ਪਵਿੱਤਰ ਬੰਦਾ ਹੈ। ਅਸੀਂ ਮਾਘ ਦੇ ਦਿਨਾਂ ਵਿੱਚ ਹਰ ਰੋਜ਼ ਮੰਦਰ ਜਾਂਦੇ ਹਾਂ। ਜਦੋਂ ਮੈਂ ਇਕੱਲੀ ਨੇ ਗਲਾਸ ਦਾ ਜਾਦੂ ਕੀਤਾ ਤਾਂ ਸੈਂਟ ਜਿਊਡ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਤੇ ਮੈਨੂੰ ਕਿਹਾ ਕਿ ਮੈਂ ਆਪਣੇ ਪਤੀ ਨੂੰ ਨਾ ਦੱਸਾਂ। ਉਸਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਪਿਆਰ ਕਰਦਾ ਸੀ ਅਤੇ ਪਿਛਲੇ ਜਨਮ ਵਿੱਚ ਮੈਂ ਉਸਦੀ ਪਤਨੀ ਹੁੰਦੀ ਸੀ। ਮੇਰੇ ਪਿਛਲੇ ਜਨਮ ਦਾ ਨਾਂ ਰੋਜ਼ ਸੀ, ਉਸਦਾ ਨਾਮ ਰੌਲੀ। ਉਸਨੇ ਅਗਲੇ ਜਨਮ ਵਿੱਚ ਵੀ ਮੇਰਾ ਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ। ਗਲਾਸ ਵਾਲੇ ਜਾਦੂ ਤੋਂ ਬਾਅਦ ਸੈਂਟ ਜਿਊਡ ਅਕਸਰ ਰਾਤ ਨੂੰ ਆਉਂਦਾ ਅਤੇ ਮੇਰੇ ਨਾਲ ਹੀ ਸੌਂਦਾ ਰਿਹਾ। ਕਦੇ ਜੇ ਮੇਰਾ ਪਤੀ ਘਰੇ ਨਾ ਹੁੰਦਾ ਤਾਂ ਉਹ ਰਸੋਈ ਵਿੱਚੋਂ ਘਸੀਟ ਕੇ ਮੈਨੂੰ ਗੁਸਲਖਾਨੇ ਵਿੱਚ ਲੈ ਜਾਂਦਾ। ਉੱਥੇ ਉਹ ਮੈਨੂੰ ਜੱਫੀਆਂ ਪਾਉਂਦਾ ਅਤੇ ਮੇਰੇ ਕੱਪੜੇ ਉਤਾਰ ਦਿੰਦਾ ਅਤੇ ਮੇਰੇ ਨਾਲ ਪਿਆਰ ਕਰਦਾ ਅਤੇ ਮੇਰੇ ਸਰੀਰ 'ਤੇ ਕਰਾਸ ਦਾ ਨਿਸ਼ਾਨ ਬਣਾਉਂਦਾ। ਕਈ ਵਾਰੀ ਉਹ ਮੈਨੂੰ ਬਿਨਾਂ ਦੁੱਖ ਦੰਦਿਆਂ ਵੀ ਵੱਢਦਾ। ਫਿਰ ਉਸਨੇ ਬਿਨਾਂ ਕਿਸੇ ਝਿਜਕ ਦੇ ਆਪਣਾ ਬਲਾਊਜ਼ ਖੋਲ੍ਹ ਕੇ ਮੈਨੂੰ ਆਪਣੀ ਛਾਤੀ 'ਤੇ ਪਿਆ ਹੋਇਆ ਕਰਾਸ ਦਾ ਨਿਸ਼ਾਨ ਦਿਖਾਇਆ ਅਤੇ ਸੱਜੇ ਹੱਥ 'ਤੇ ਦੰਦੀ ਵੱਢਣ ਦਾ ਨਿਸ਼ਾਨ ਵੀ ਦਿਖਾਇਆ। ਉਸਨੇ ਆਪਣਾ ਆਉਣਾ ਜਾਣਾ ਜਾਰੀ ਰੱਖਿਆ ਕਿਉਂਕਿ ਉਹ ਮੇਰੇ 'ਤੇ ਬਹੁਤ ਦਿਆਲੂ ਸੀ, ਇਸ ਲਈ ਮੈਂ ਉਸਨੂੰ ਬਹੁਤ ਚਾਹੁੰਦੀ ਹਾਂ। ਉਹ ਬਹੁਤ ਸੁੰਦਰ ਹੈ। ਉਹ ਉਸਦੇ ਬੁੱਤ ਨਾਲੋਂ ਕਾਫੀ ਵੱਖਰਾ ਹੈ। ਉਸਦੀ ਦਾੜ੍ਹੀ ਸਾਫ਼ ਕੀਤੀ ਹੋਈ ਹੈ। ਇੱਕ ਦਿਨ ਉਸਨੇ ਕਾਗਜ਼ 'ਤੇ ਲਿਖਿਆ ਕਿ ਜੇ ਮੈਂ ਸਾਰਾ ਕੁਝ ਆਪਣੇ ਪਤਨੀ ਨੂੰ ਦੱਸਾਂਗੀ ਤਾਂ ਉਹ ਮੇਰੀ ਧੌਣ ਮਰੋੜ ਦੇਗਾ। ਇੱਕ ਵਾਰੀ ਉਸਨੇ ਮੇਰੀ ਵਿਆਹ ਵਾਲੀ ਅੰਗੂਠੀ ਅਤੇ ਕੰਨਾਂ ਦੀਆਂ ਵਾਲੀਆਂ ਲਾਹ ਲਏ। 3 ਵਾਰ ਉਸਨੇ ਮੇਰੇ ਸਿਰਹਾਣੇ ਹੇਠ ਕਰਮਵਾਰ 1000, 16,800 ਰੁਪਏ ਰੱਖੇ। ਇਹ ਕੁਝ ਆਖ ਕੇ ਉਸਨੇ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, ਮੇਰੇ ਬੱਚਾ ਹੋਣ ਵਾਲਾ ਹੈ। ਇਹ 9ਵਾਂ ਮਹੀਨਾ ਚੱਲ ਰਿਹਾ ਹੈ। ਜਦੋਂ ਅਗਲੇ ਮਹੀਨੇ ਬੱਚਾ ਹੋਵੇਗਾ ਤਾਂ ਸਾਰਿਆਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਮੇਰਾ ਪਤੀ ਉਸਦਾ ਪਿਤਾ ਨਹੀਂ ਹੈ। ਮੇਰੇ ਲਈ ਹਰਾਮੀ ਬੱਚੇ ਨੂੰ ਜਨਮ ਦੇਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਹੁਣ ਮੈਂ ਉਸਨੂੰ ਜਗਾਇਆ। ਮੇਰੀ ਪਤਨੀ ਉਸਨੂੰ ਹੇਠਾਂ ਲੈ ਗਈ ਅਤੇ ਮਿਸਟਰ ਐਕਸ ਨੂੰ ਦੁਬਾਰਾ ਉੱਪਰ ਬੁਲਾਇਆ ਗਿਆ। ਇਸ ਦਾ ਕਾਰਨ ਕੀ ਸੀ? ਜਦੋਂ ਮਿਸਟਰ ਐਕਸ ਆਰਾਮ ਨਾਲ ਬੈਠ ਗਿਆ ਤਾਂ ਮੈਂ ਉਸਨੂੰ ਸੀਲੋਨ ਓਬਜ਼ਰਵਰ ਸੰਡੇ ਐਡੀਸ਼ਨ 12 ਜਨਵਰੀ 1964 ਪੜ੍ਹਨ ਲਈ ਦਿੱਤਾ। ਇਸ ਵਿੱਚ ਅਜਿਹੇ ਹੀ ਇੱਕ ਕੇਸ ਦੀ ਕਹਾਣੀ ਸੀ ਜਿਹੜਾ ਮੈਂ ਪਾਡੂਕਾ ਵਿਖੇ ਠੀਕ ਕੀਤਾ ਸੀ। ਇਹ ਕੇਸ ਇੱਕ ਸਕੂਲੀ ਲੜਕੀ ਲਤਾ ਦਾ ਸੀ ਜਿਹੜੀ ਇਸ ਦ੍ਰਿਸ਼ਟੀ ਭਰਮ ਦੀ ਸ਼ਿਕਾਰ ਸੀ ਕਿ ਰਾਤ ਨੂੰ ਉਸਦੇ ਮੁਰਦਾ ਪ੍ਰੇਮੀ ਦੀ ਰੂਹ ਆ ਕੇ ਉਸ ਨਾਲ ਪਿਆਰ ਕਰਦੀ ਸੀ। ਜਦੋਂ ਮਿਸਟਰ ਐਕਸ ਨੇ ਇਹ ਵਾਰਤਾ ਪੜ੍ਹ ਲਈ ਤਾਂ ਮੈਂ ਉਸਨੂੰ ਦੱਸਿਆ ਕਿ ਉਸਦੀ ਪਤਨੀ ਦਾ ਕੇਸ ਵੀ ਉਸ ਨਾਲ ਮਿਲਦਾ ਜੁਲਦਾ ਸੀ ਅਤੇ ਇਸ ਲਈ ਉਹ ਖੁਦ ਜ਼ਿੰਮੇਵਾਰ ਸੀ। ਉਸ ਨੂੰ ਇਹ ਦੋਸ਼ ਦਾ ਬਹੁਤ ਦੁੱਖ ਹੋਇਆ। ਮੈਂ ਬੋਲਦਾ ਗਿਆ, ਤੁਹਾਡੇ ਦੋਵਾਂ ਦੇ ਮਨ ਬਹੁਤ ਸਾਰੇ ਮੂਰਖਾਂ ਵਰਗੇ ਵਹਿਮੀ ਵਿਚਾਰਾਂ ਨਾਲ ਭਰੇ ਹੋਏ ਹਨ। ਇਸ ਵਿਸ਼ਵਾਸ ਕਰ ਲੈਣਾ ਹਾਸੋਹੀਣਾ ਅਤੇ ਬੇਹੂਦਾ ਹੈ ਕਿ ਰੂਹਾਂ ਹੁੰਦੀਆਂ ਹਨ ਅਤੇ ਉਹ ਕਿਸੇ ਗਲਾਸ ਜਾਂ ਸਟੋਵ ਦੀ ਮਦਦ ਨਾਲ ਸਵਾਲਾਂ ਦਾ ਜਵਾਬ ਦੇਣ ਲਈ ਤਲਬ ਕੀਤੀਆਂ ਜਾ ਸਕਦੀਆਂ ਹਨ। ਜ਼ੈਰੀਨ ਦਾ ਦਿਮਾਗ ਗਿਲਾਸ ਦਾ ਜਾਦੂ ਕਰਦੇ ਸਮੇਂ ਖਰਾਬ ਹੋ ਗਿਆ। ਇੱਕ ਬਹੁਤ ਹੀ ਜ਼ਿਆਦਾ ਭਾਵੁਕ ਕੁੜੀ ਹੋਣ ਕਰਕੇ ਜਿਸ ਦਾ ਦਿਮਾਗ ਤੁਹਾਡੇ ਦਿਮਾਗ ਵਾਂਗੂ ਹੀ ਬਚਪਨ ਤੋਂ ਭੂਤਾਂ ਪ੍ਰੇਤਾਂ, ਜਾਦੂ ਟੂਣਿਆਂ, ਪੂਜਾ ਪਾਠ ਅਤੇ ਝਾੜਾ ਫਾਂਡਾ ਕਰਨ ਵਰਗੇ ਵਹਿਮੀ ਵਿਚਾਰਾਂ ਨਾਲ ਭਰਿਆ ਹੋਇਆ ਸੀ, ਉਹ ਆਪਣੇ ਹੀ ਵਹਿਮਾਂ ਦਾ ਸ਼ਿਕਾਰ ਬਣ ਗਈ। ਭਾਵੇਂ ਗਲਾਸ ਉੱਪਰ ਤੁਸੀਂ ਦੋਵਾਂ ਨੇ ਉਂਗਲੀਆਂ ਰੱਖੀਆਂ, ਪਰ ਜ਼ੈਰੀਨ ਦੇ ਹੱਥਾਂ ਦੇ ਪੁੱਠਿਆਂ ਦੀ ਦਿਮਾਗੀ ਹਰਕਤ ਕਾਰਨ ਹੀ ਗਲਾਸ ਤੁਰਿਆ। ਇਹੋ ਹੀ ਕਾਰਨ ਸੀ ਕਿ ਜਦੋਂ ਉਸਨੇ ਰਾਤ ਨੂੰ ਇਕੱਲੀ ਨੇ ਫਿਰ ਗਲਾਸ ਵਾਲਾ ਜਾਦੂ ਕੀਤਾ ਤਾਂ ਗਲਾਸ ਹਿੱਲ ਪਿਆ। ਮਿਸਟਰ ਭੰਡਾਰਨਾਕੇ, ਸ਼੍ਰੀਮਤੀ ਬੂਨਵਾਤ ਅਤੇ ਹੋਰਾਂ ਦੀਆਂ ਰੂਹਾਂ ਦਾ ਪ੍ਰਗਟ ਹੋ ਕੇ ਸਵਾਲਾਂ ਦਾ ਜਵਾਬ ਦੇਣਾ ਸੱਚਾਈ ਨਹੀਂ ਹੈ। ਜ਼ੈਰੀਨ ਖੁਦ ਆਪ ਗਲਾਸ ਦੀ ਹਾਲਤ ਵੇਖ ਕੇ ਅਤੇ ਜਿਹੜੇ ਜਵਾਬ ਉਸ ਤੋਂ ਪ੍ਰਾਪਤ ਹੋਏ ਸਨ ਦੇ ਕਾਰਨ ਚੌਂਕ ਉੱਠੀ ਸੀ। ਇਹ ਸਾਰੇ ਬਿਨਾਂ ਸੁਚੇਤ ਮਨ ਨੂੰ ਖਬਰ ਹੋਏ ਉਸਦੇ ਅਚੇਤ ਮਨ ਦੀ ਕਾਢ ਸਨ। ਇਸ ਅਜੀਬੋ-ਗਰੀਬ ਘਟਨਾਵਾਂ ਦੇ ਅਸਰ ਨੇ ਉਸਦਾ ਨਰਮ ਮਨ ਹਿਲਾ ਦਿੱਤਾ। ਜਿਹੜੀਆਂ ਰੂਹਾਂ ਅਤੇ ਭੂਤ ਗਲਾਸ ਦਾ ਜਾਦੂ ਕਰਦੇ ਸਮੇਂ ਪ੍ਰਗਟ ਹੋਏ ਸਨ, ਉਹਨਾਂ ਦੇ ਡਰ ਕਾਰਨ ਉਸਦਾ ਤੰਤੂ ਪ੍ਰਬੰਧ ਵਿਗੜ ਗਿਆ। ਉਸਦੇ ਕਾਲਪਨਿਕ ਜੈਟ ਜਿਊਡ ਨਾਲ ਪ੍ਰੇਮ ਹੁਲਾਰੇ ਇੱਕ ਕਾਮ-ਭੁੱਖ ਤੰਦਰੁਸਤ ਜਵਾਨ ਔਰਤ ਦੀ ਕਾਮ ਇੱਛਾ ਦੀ ਪੂਰਤੀ ਹੀ ਸਨ, ਕਿਉਂਕਿ ਉਸਦੀਆਂ ਕਾਮ ਗਿਲਟੀਆਂ ਭਰ ਜੋਬਨ ਵਿੱਚ ਸਨ। ਗਲਾਸ ਵਾਲੇ ਜਾਦੂ ਕਰਨ ਦੇ ਦਿਨ ਤੋਂ ਉਹ ਨੀਮ ਪਾਗਲਾਂ ਵਾਲੀ ਹਾਲਤ ਵਿੱਚ ਸੀ। ਉਸ ਸਮੇਂ
ਦੌਰਾਨ ਉਸ ਦੇ ਸਾਰੇ ਦ੍ਰਿਸ਼ਟੀ ਭਰਮ ਉਸ ਲਈ ਅੰਤਰਮੁਖੀ ਤੌਰ 'ਤੇ ਸੱਚੇ ਸਨ, ਭਾਵੇਂ ਉਹ ਬਾਹਰਮੁਖੀ ਤੌਰ 'ਤੇ ਸੱਚੇ ਨਹੀਂ ਸਨ। ਸੈਂਟ ਜਿਊਡ ਨਾਲ ਪਿਆਰ ਮਿਲਣੀਆਂ, ਉਸ ਨਾਲ ਰੰਗ ਰਲੀਆਂ ਮਨਾਉਣਾ, ਗਰਭ ਦਾ ਠਹਿਰਾਣਾ, ਸਹਿਰਾਣੇ ਹੇਠ ਪੈਸਿਆਂ ਦਾ ਮਿਲਣਾ, ਅੰਗੂਠੀ ਦੇਣ ਦਾ ਵਾਅਦਾ, ਅਗਲੇ ਜਨਮ ਵਿੱਚ ਸ਼ਾਦੀ ਦਾ ਵਾਅਦਾ ਆਦਿ ਸਭ ਜ਼ੈਰੀਨ ਦੀਆਂ ਇੱਛਾ ਪੂਰਤੀ ਦੇ ਦ੍ਰਿਸ਼ਟੀ ਭਰਮ ਸਨ। ਇੰਜ ਹੀ ਸ਼ਾਦੀ ਦੀ ਅੰਗੂਠੀ ਅਤੇ ਕੰਨਾਂ ਦੀਆਂ ਵਾਲੀਆਂ ਦਾ ਗੁੰਮ ਹੋਣਾ, ਦੰਦੀਆਂ ਵੱਢਣਾ ਅਤੇ ਸਰੀਰ ਉੱਤੇ ਝਰੀਟਾਂ ਦੇ ਨਿਸ਼ਾਨ ਪੈਣੇ ਆਦਿ ਉਸ ਦੀ ਇੱਕ ਅਸੰਤੁਲਿਤ ਸ਼ਖਸੀਅਤ ਵਜੋਂ ਕਾਰਨਾਮੇ ਸਨ। ਇਹ ਬਹੁਤ ਹੀ ਤਰਸਯੋਗ ਹੈ ਕਿ ਤੁਹਾਡੇ ਵਰਗਾ ਪੜ੍ਹਿਆ ਲਿਖਿਆ ਬੰਦਾ ਇੱਕ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਨੂੰ ਦਿਖਾਉਣ ਦੀ ਬਜਾਏ ਉਹਨਾਂ ਨੀਮ ਹਕੀਮਾਂ ਦੇ ਚਰਨ ਧੋਂਦਾ ਫਿਰੇ ਜਿਹੜੇ ਭੋਲੇ ਭਾਲੇ ਲੋਕਾਂ ਦੀ ਧਨ ਦੌਲਤ ਲੁੱਟਦੇ ਫਿਰਦੇ ਹਨ। ਸੰਭਵ ਹੈ ਇੰਜ ਕਰਨ ਲਈ ਤੁਹਾਨੂੰ ਤੁਹਾਡੇ ਬਹੁਤ ਹੀ ਪ੍ਰਸਿੱਧ ਦੋਸਤਾਂ ਨੇ ਉਕਸਾਇਆ ਹੋਵੇ, ਕਿਉਂਕਿ ਉਹ ਖੁਦ ਰਾਜ ਭਾਗ ਦੇ ਮਸਲਿਆਂ ਬਾਰੇ ਇਹਨਾਂ ਹੀ ਨੀਮ ਹਕੀਮਾਂ ਦੀ ਮਦਦ ਲੈਂਦੇ ਹਨ। ਇਲਾਜ: ਜ਼ੈਰੀਨ ਦਾ ਰੋਗ ਸਪਸ਼ਟ ਤੌਰ 'ਤੇ ਦਿਮਾਗੀ ਹੈ ਅਤੇ ਇਹ ਕਿਸੇ ਬੇਹੋਂਦ ਰੂਹ ਜਾਂ ਜ਼ਹਿਰ ਕਰਕੇ ਨਹੀਂ ਹੈ। ਮੈਂ ਇਹ ਸਾਰੀਆਂ ਤਕਲੀਫਾਂ ਦੂਰ ਕਰ ਸਕਦਾ ਹਾਂ ਜੇ ਤੁਸੀਂ ਸਹਿਯੋਗ ਦੇਣ ਲਈ ਤਿਆਰ ਹੋਵੋ। ਤੁਹਾਨੂੰ ਅੱਜ ਤੋਂ ਹੀ ਆਪਣੀ ਭਗਤੀ ਕਰਨਾ ਬੰਦ ਕਰਨਾ ਹੋਵੇਗਾ ਅਤੇ ਇੱਕ ਆਮ ਪਤੀ ਵਾਂਗੂ ਰੋਲ ਨਿਭਾਉਣਾ ਹੋਵੇਗਾ। ਸਰੀਰਕ ਲੋੜ ਤੋਂ ਕੰਨੀ ਕਤਰਾਉਣਾ ਇੱਕ ਮੂਰਖਤਾ ਹੈ, ਉਹ ਵੀ ਜਦੋਂ ਤੁਹਾਡੀ ਪਤਨੀ ਭਰ ਜੋਬਨ ਮੁਟਿਆਰ ਹੈ। ਜੇ ਤੁਸੀਂ ਕਿਸੇ ਬੁੱਢੀ ਔਰਤ ਨੂੰ ਆਪਣੀ ਦੂਜੀ ਸ਼ਾਦੀ ਵਜੋਂ ਅਪਣਾਇਆ ਹੁੰਦਾ ਤਾਂ ਇਹ ਮੁਸ਼ਕਲਾਂ ਪੈਦਾ ਹੀ ਨਾ ਹੁੰਦੀਆਂ। ਜੇ ਤੁਸੀਂ ਹੋਰ ਬੱਚਾ ਪੈਦਾ ਕਰਨਾ ਨਹੀਂ ਚਾਹੁੰਦੇ ਤਾਂ ਭਗਤੀ ਕਰਨ ਨਾਲੋਂ ਕਿਸੇ ਪਰਿਵਾਰ ਨਿਯੋਜਕ ਕਲੀਨਿਕ ਦੀ ਸਹਾਇਤਾ ਲੈ ਲਵੋ। ਇੱਕ ਜਵਾਨ ਪਤਨੀ ਦੀ ਚੋਣ ਕਰਕੇ ਫਿਰ ਭਗਤੀ ਕਰਨ ਲੱਗ ਪੈਣਾ ਤੁਹਾਡੇ ਲਈ ਬਹੁਤ ਵੱਡੀ ਖੁਦਗਰਜ਼ੀ ਹੈ। ਜੇ ਜ਼ੈਰੀਨ ਸੰਗਾਊ ਅਤੇ ਅਖਲਾਕ ਭਰਪੂਰ ਤਰੀਕਿਆਂ ਨਾਲ ਨਾ ਪਾਲੀ ਪੋਸੀ ਹੁੰਦੀ ਤਾਂ ਉਸਨੇ ਆਪਣੀ ਸਰੀਰਕ ਲੋੜ ਨੂੰ ਚੋਰੀ ਛੁਪੇ ਪੂਰਾ ਕਰ ਲਿਆ ਹੁੰਦਾ। ਹੁਣ ਉਹ ਦ੍ਰਿਸ਼ਟੀ ਭਰਮਾਂ ਅਤੇ ਵਹਿਮਾਂ ਰਾਹੀਂ ਆਪਣੀ ਇਸ ਜ਼ਰੂਰਤ ਨੂੰ ਪੂਰਾ ਕਰਦੀ ਸੀ। ਮਨਘੜਤ ਸੈਂਟ ਜਿਊਡ ਉਸ ਦੇ ਅਚੇਤ ਮਨ ਦਾ ਮਨਮੋਹਕ ਸ਼ਹਿਜ਼ਾਦਾ ਸੀ। ਮਿਸਟਰ ਐਕਸ ਨੇ ਮੇਰੀਆਂ ਹਦਾਇਤਾਂ 'ਤੇ ਅਮਲ ਕਰਨ ਦਾ ਵਾਅਦਾ ਕੀਤਾ। ਉਸ ਨੂੰ ਹੇਠਾਂ ਭੇਜ ਕੇ ਉਸ ਦੀ ਪਤਨੀ ਨੂੰ ਉੱਪਰ ਬੁਲਾਇਆ ਗਿਆ। ਮੇਰੀ ਪਤਨੀ ਨੇ ਉਸ ਨੂੰ ਗੱਦੇ 'ਤੇ ਆਰਾਮ ਨਾਲ ਲਿਟਾ ਦਿੱਤਾ। ਗਹਿਰੀ ਸਮੋਹਕ ਨੀਂਦ ਦੇ ਅਸਰ ਹੇਠ ਮੈਂ ਉਸ ਨੂੰ ਦੱਸਿਆ, ਸੈਂਟ ਜਿਊਡ ਹੁਣ ਤੇਰੇ ਸਾਹਮਣੇ ਖੜਾ ਹੈ। ਇਹ ਹੁਣ ਉਸ ਦਾ ਮਿਲਣ ਦਾ ਆਖਰੀ ਮੌਕਾ ਹੈ ਅਤੇ ਉਹ ਅਲਵਿਦਾ ਆਖਣ ਲਈ ਆਇਆ ਹੈ। ਜਦੋਂ ਮੈਂ ਇਸ ਸਮੋਹਕ ਨੀਂਦ ਵਿੱਚ ਦਿੱਤੇ ਸੁਝਾਅ ਬਾਅਦ ਜ਼ੈਰੀਨ ਦੇ ਚਿਹਰੇ 'ਤੇ ਹਾਵ ਭਾਵ ਵੇਖੇ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਮਨਮੋਹਕ ਸ਼ਹਿਜ਼ਾਦੇ ਦੀ ਆਮਦ ਬਾਰੇ ਜਾਣ ਕੇ ਉਸ ਦੀ ਸੰਵੇਗਕ ਪ੍ਰਤੀਕਿਰਿਆਵਾਂ ਨੂੰ ਫਿਲਮੀ ਤੌਰ 'ਤੇ ਵਿਖਾਉਣ ਵਾਸਤੇ ਫੋਟੋ ਖਿੱਚਣ ਲਈ ਮੇਰੇ ਕੋਲ ਕੈਮਰਾ ਨਹੀਂ ਸੀ। ਉਸ ਨੂੰ ਹੋਰ ਆਖਿਆ ਗਿਆ, ਸੈਂਟ ਜਿਊਡ ਆਪਣੇ ਨਾਲ ਉਸ ਦੇ ਪੇਟ ਵਿੱਚੋਂ ਆਪਣਾ ਬੱਚਾ ਵੀ ਨਾਲ ਲੈ ਜਾ ਰਿਹਾ ਹੈ। ਉਹ ਹੁਣ ਤੇਰੇ ਕੋਲ ਕਦੇ ਵੀ ਨਹੀਂ ਆਏਗਾ। ਉਸ ਦੀ ਥਾਂ 'ਤੇ ਹਰ ਰੋਜ਼ ਤੇਰਾ ਪਤੀ ਤੇਰੇ ਕੋਲ ਆਏਗਾ। ਉਹ ਤੈਨੂੰ ਚਾਹੇਗਾ ਅਤੇ ਤੂੰ ਉਸ ਨੂੰ ਚਾਹੇਂਗੀ। ਤੁਸੀਂ ਦੋਵੇਂ ਆਪਣੇ ਬੱਚਿਆਂ ਨਾਲ ਖੁਸ਼ੀ ਰਹੋਗੇ। ਥੋੜ੍ਹੇ ਹੀ ਸਮੇਂ ਮਗਰੋਂ ਮਿਸਟਰ ਐਕਸ ਆਪਣੀ ਮੁਸਕਰਾਉਂਦੀ ਪਤਨੀ ਨੂੰ ਨਾਲ ਲੈ ਕੇ ਚਲਾ ਗਿਆ। ਮਹੀਨਾ ਕੁ ਬਾਅਦ ਮਿਸਟਰ ਐਕਸ ਅਤੇ ਮਿਸਿਜ਼ ਐਕਸ ਸਾਡਾ ਧੰਨਵਾਦ ਕਰਨ ਲਈ ਤੋਹਫੇ ਲੈ ਕੇ ਸਾਨੂੰ ਮਿਲਣ ਆਏ। ਗੱਲਾਂ ਬਾਤਾਂ ਦੌਰਾਨ ਮੈਂ ਉਸ ਨੂੰ ਫਰਾਂਸ, ਸਪੇਨ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਇਹ ਛਪਾਣੀ ਕਹਾਣੀ ਛਾਪਣ ਦੀ ਉਪਯੋਗਤਾ ਬਾਰੇ ਦੱਸਿਆ ਅਤੇ ਅਜਿਹਾ ਕਰਨ ਲਈ ਉਹਨਾਂ ਦੀ ਆਗਿਆ ਮੰਗੀ। ਉਹਨਾਂ ਦੇਸ਼ਾਂ ਵਿੱਚ ਕਿਉਂ? ਜ਼ੈਰੀਨ ਨੇ ਪੁੱਛਿਆ। ਕਿਉਂਕਿ ਜੇ ਤੂੰ ਉਹਨਾਂ ਦੇਸ਼ਾਂ ਵਿੱਚ ਹੁੰਦੀ ਤਾਂ ਤੂੰ ਇੱਕ ਸੰਤਨੀ ਬਣ ਗਈ ਹੁੰਦੀ ਜਿਸ ਨੂੰ ਇੱਕ ਪਵਿੱਤਰ ਪ੍ਰੇਤ ਨੇ ਗਰਭ ਠਹਿਰਾ ਦਿੱਤਾ ਸੀ, ਮੈਂ ਆਖਿਆ। For more contents related to rational thinking, subscribe our Tarkshil TV channel now. For instant updates of new videos, don't forget to press the bell icon.